ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨੈਟਵਰਕ ਪ੍ਰੋਬਲਮ ਆ ਗਈ ਸੀ ਥੋੜ੍ਹੀ। ਨੈਟ ਤਾਂ ਚੱਲ ਪਿਆ ਸੀ ਪਰ ਚੱਲੀ ਨਹੀਂ ਪੋਸਟ ਦੁਬਾਰਾ। ਫਿਰ ਤਾਂ ਇਸ ਕਰਕੇ ਦੁਬਾਰਾ ਬੰਦ ਕਰਕੇ ਫਿਨਿਸ਼ ਕਰਕੇ ਫਿਰ ਦੁਬਾਰਾ ਚਲਾਉਣੀ ਪਈ ਹੈ। ਆਓ ਆਪਾਂ ਵਿਚਾਰਦੇ ਸੀ ਕਿ ਬਾਬਾ ਕਬੀਰ ਜੀ ਸਾਨੂੰ ਸਮਝਾਉਂਦੇ ਸੀ ਆਪਣੇ ਤਾਣੇ ਦੀ ਉਦਾਹਰਨ ਦੇ ਕੇ ਕਿ ਜਿਵੇਂ ਸੰਸਾਰ ਉਹ ਬੁਣਦੇ ਨੇ, ਜੇਕਰ ਤਾਣਾ ਉਲਝਿਆ ਹੋਵੇ ਤੇ ਉਸ ਨੂੰ ਸਹੀ ਕਰਨਾ ਔਖਾ ਹੁੰਦਾ ਹੈ, ਸੂਤ ਉਲਝਿਆ ਹੋਵੇ। ਇੱਦਾਂ ਹੀ ਸਾਡਾ ਮਨ ਇਸ ਸੰਸਾਰਿਕ ਸੂਤ ਦੇ ਵਿੱਚ, ਇਸ ਤਾਣੇ ਦੇ ਵਿੱਚ ਉਲਝਿਆ ਹੈ, ਜੋ ਕਿ ਸਾਨੂੰ ਦੱਸਿਆ ਹੈ ਕਿ ਜੇ ਆਪਾਂ ਇਸ ਨੂੰ ਮਿਣੀਏ, ਗਜਾਂ ਦੇ ਵਿੱਚ ਮਿਣਿਆ ਨਹੀਂ ਜਾ ਸਕਦਾ, ਜੇ ਤੋਲੀਏ ਤੋਲਿਆ ਨਹੀਂ ਜਾਂਦਾ, ਕਿਉਂਕਿ ਉਲਝਿਆ ਤਾਣਾ ਹੈ। ਪਰ ਆਪਾਂ ਨੂੰ ਇੰਨਾ ਪਤਾ ਹੁੰਦਾ ਕਿ ਇੰਨੇ ਕੁ ਸੂਤ ਦਾ ਇਹ ਤਾਣਾ ਹੈ, ਇੰਨਾ ਕੁ ਵਜਨ ਦੇ ਵਿੱਚ ਸੂਤ ਦਾ ਇਹ ਤਾਣਾ ਹੈ, ਜਿਸ ਨੂੰ ਦੱਸਿਆ ਕਿ 2.5 ਸੇਰ ਆਪਾਂ ਇਹ ਅੱਗੇ ਜਦੋਂ ਜੀਵ ਤੋਲਦੇ ਸੀ, ਸੇਰ ਕਿਲੋ ਨੂੰ ਵੀ ਕਹਿ ਦਿੰਦੇ ਸੀ, ਤੇ ਇੱਕ ਸੇਰ ਕੱਚਾ ਹੁੰਦਾ ਸੀ। ਸੇਰ ਕੱਚਾ, ਜਿੱਥੇ 2.5 ਸੇਰ ਦਾ 1 ਕਿਲੋ ਹੁੰਦਾ ਸੀ। ਇੱਦਾਂ ਪੁਰਾਣੇ ਜ਼ਮਾਨੇ ਦੇ ਵਿੱਚ ਥੋੜ੍ਹਾ ਸਮਾਂ ਪਹਿਲਾਂ ਹੀ, ਜਦੋਂ ਅਸੀਂ ਛੋਟੇ ਸੀ, 2 ਸੇਰ ਕੱਚਾ, 2.5 ਸੇਰ ਕੱਚਾ, 2.5 ਸੇਰ ਕੱਚਾ ਹੁੰਦਾ ਸੀ 1 ਕਿਲੋ। ਇੱਦਾਂ ਤੋਲਿਆ ਕਰਦੇ ਸੀ। ਇੱਕ ਪੱਕੇ ਸੇਰ ਸੀ, ਪੱਕੇ ਸੇਰ ਤਾਂ ਕਿਲੋ ਹੀ ਹੁੰਦੇ ਸੀ, ਇੱਕ ਕੱਚੇ ਸੇਰ ਹੁੰਦੇ ਸੀ। ਇੱਦਾਂ ਹੀ ਦੱਸਿਆ ਕਿ 2.5 ਕੁ ਸੇਰ ਇਹ ਸੂਤ ਹੈ, ਜਿਹੜਾ ਸਾਰਾ ਹੀ, ਜਿਹਦਾ ਨਵ ਗਜ 10 21 ਪੁਰੀਆਂ, ਤੇ ਅੱਗੇ ਫਿਰ ਦੱਸਿਆ ਹੋਇਆ ਹੈ 60 ਸੂਤ ਨਵਖੰਡ 72। ਇਹ ਜਿਹੜਾ ਸਾਰਾ ਤਾਣਾ ਹੈ ਉਸ ਦੀ ਗੱਲ ਕੀਤੀ ਹੋਈ ਹੈ ਵੀ ਜੇਕਰ ਅਸੀਂ ਇਸ ਨੂੰ ਤਾਣੇ ਨੂੰ ਸਹੀ ਨਹੀਂ ਕਰ ਸਕਦੇ, ਅਸੀਂ ਨਿਕਲ ਨਹੀਂ ਸਕਦੇ, ਇਸ ਦੇ ਵਿੱਚੋਂ ਛੁੱਟ ਨਹੀਂ ਸਕਦੇ। ਜੋ ਕਰ ਪਾਚਨ ਵੇਗ ਨਾ ਪਾਵੈ, ਝਗੜ ਕਰੈ ਕਰਹਾਈ। ਜਿਵੇਂ ਘਰ ਦੇ ਵਿੱਚ ਝਗੜਾ ਹੈ, ਇੱਦਾਂ ਹੀ ਸਾਡੇ ਮਨ ਦੇ ਵਿੱਚ ਕਲੇਸ਼ ਰਹਿੰਦਾ ਹੈ। ਫਿਰ ਜਦੋਂ ਅਸੀਂ ਦੇਖਦੇ ਹਾਂ ਪ੍ਰਭੂ ਦੀ ਦਇਆ, ਉਸ ਦੇ ਦਰ 'ਤੇ ਬੈਠਦਾ ਹੈ ਜੀਵ, ਕਿ ਸਾਨੂੰ ਹੁਣ ਇਸ ਉਲਝਣ ਦੇ ਵਿੱਚੋਂ ਕੱਢ, ਜਿਹੜਾ ਸਾਡਾ ਭਰਮ ਹੈ, ਜਿਹੜਾ ਅਗਿਆਨਤਾ ਵਸ ਹੋ ਕੇ ਅਸੀਂ ਫਸੇ ਹਾਂ, ਇਸ ਦੇ ਵਿੱਚੋਂ ਕੱਢ। ਫਿਰ ਪ੍ਰਭੂ ਦਇਆ ਕਰਦਾ ਹੈ। ਦਿਨ ਕੀ ਬੈਠ ਖਸਮ ਕੀ ਬਰਕਸ, ਇਹ ਵੇਲਾ ਕਤ ਆਈ। ਫਿਰ ਦੇਖਦਾ ਹੈ ਜੀ ਕਿ ਕਦੋਂ ਸਾਨੂੰ ਇਹ ਅਗਿਆਨਤਾ ਖਤਮ ਹੋਏਗੀ, ਕਦੋਂ ਪ੍ਰਭੂ ਸਾਡੇ 'ਤੇ ਦਇਆ ਕਰੇਗਾ, ਕਦ ਇਹ ਵੇਲਾ ਆਏਗਾ। ਫਿਰ ਪ੍ਰਭੂ ਦਇਆ ਕਰਦਾ ਹੈ। ਛੂਟੇ ਕੁੰਡੇ ਭੀਗੇ ਪੁਰੀਆਂ, ਚੱਲਿਓ ਜੁਲਾਹੋ ਰਿਸਾਈ। ਵੀ ਫਿਰ ਇਹਨਾਂ ਦੇ ਵਿੱਚੋਂ ਛੁੱਟ ਜਾਂਦਾ ਹੈ, ਜਿਵੇਂ ਕੁੰਡੇ ਬੁਣਨੇ ਦੇ ਹੁੰਦੇ ਨੇ ਪਾਏ, ਕਹਿੰਦੇ ਉਹ ਛੁੱਟ ਗਿਆ। ਫਿਰ ਮਨ ਜਿਹੜਾ ਹੈ ਉਸ ਪ੍ਰਭੂ ਦੇ ਰਸ ਦੇ ਵਿੱਚ ਜਾ ਕੇ ਭਿੱਜ ਜਾਂਦਾ ਹੈ, ਕਿਉਂਕਿ ਜਦ ਤੱਕ ਫਸਿਆ ਹੈ ਪ੍ਰਭੂ 'ਚ ਨਹੀਂ ਸਮਾਉਂਦਾ, ਮਾਇਆ 'ਚੋਂ ਨਹੀਂ ਨਿਕਲਦਾ। ਸੋਚੀ ਨਲੀ ਤੰਤ ਨਹੀਂ ਨਿਕਸੈ, ਨਤਰ ਰਹੀ ਔਰ ਜਾਈ। ਵੀ ਇਹ ਜਿਹੜਾ ਮਾਇਆ ਦਾ ਜਾਲ ਹੈ, ਜਿਹੜਾ ਇਹ ਤਾਣਾ ਹੈ, ਇਸ ਦੇ ਵਿੱਚੋਂ ਆਪਣੇ ਆਪ ਨਹੀਂ ਨਿਕਲ ਸਕਦਾ ਜੀ। ਪ੍ਰਭੂ ਦੀ ਕਿਰਪਾ ਤੋਂ ਬਿਨਾਂ ਨਹੀਂ ਨਿਕਲਦਾ। ਪਰ ਜੇ ਅਸੀਂ ਇੱਕ ਵਾਰੀ ਨਿਕਲ ਗਏ, ਫਿਰ ਸਾਨੂੰ ਇਹ ਵੀ ਸਮਝਾ ਦਿੱਤਾ ਜਾਂਦਾ ਹੈ ਕਿ ਇਸ ਪਸਾਰੇ ਨੂੰ ਛੱਡ ਦਿਓ, ਛੋੜ ਪਸਾਰ ਇਹਾਂ ਰੋ ਬਪਰੀ, ਕਹੋ ਕਬੀਰ ਸਮਝਾਈ।
ਫਿਰ ਸਮਝਾ ਦਿੰਦੇ ਨੇ ਵੀ ਤੁਸੀਂ ਇਹ 9 ਦਰਾਂ ਦੇ ਤਾਣੇ ਦੇ ਵਿੱਚ ਨਾ ਨਵਖੰਡਾਂ ਦੇ ਵਿੱਚ ਜਿਹੜਾ 9 ਦਰਾਂ ਦੇ ਵਿੱਚ ਸਰੀਰ ਹੈ 9 ਦਰਾਂ ਦਾ, ਇਹਦੇ ਵਿੱਚ ਜਿਹੜਾ ਤਾਣਾ ਵਾਣਾ ਹੈ ਜਿਸ ਮਨ ਉਲਝਿਆ ਕਿ ਇਸ ਨੂੰ ਛੱਡ ਦਿਓ, ਤੁਸੀਂ ਕਿੱਥੇ ਵਸੋ? ਚੌਥੇ ਪਦ ਦੇ ਵਿੱਚ ਪ੍ਰਭੂ ਦੇ ਨਾਮ ਦੇ ਵਿੱਚ ਰਤੇ ਰਹੋ, ਕਿਉਂਕਿ ਉਸ ਤਾਣੇ ਦੇ ਵਿੱਚੋਂ ਆਪ ਨਹੀਂ ਨਿਕਲਿਆ ਜਾ ਸਕਦਾ। ਇਹ ਸਾਨੂੰ ਸਮਝਾ ਦਿੱਤਾ ਜਾਂਦਾ ਹੈ। ਫਿਰ ਜਿਹੜਾ ਸਾਡਾ ਜੀਵਨ ਹੈ ਫਿਰ ਸਫਲ ਹੋ ਜਾਂਦਾ ਜਦੋਂ ਅਸੀਂ ਉਸ ਪ੍ਰਭੂ ਦੇ ਦਰ 'ਤੇ ਜਾਂਦੇ ਹਾਂ 9 ਦਰਾਂ ਦੇ ਘਰ ਨੂੰ ਛੱਡ ਕੇ। ਫਿਰ ਉਹ ਕੱਪੜਾ ਸਾਨੂੰ ਮਿਲਦਾ ਹੈ ਜਿਹੜਾ ਨਾਮ ਰੂਪੀ ਕੱਪੜਾ ਹੈ, ਜੋ ਫਿਰ ਮਾਲਕ ਸਾਨੂੰ ਪਹਿਨਾ ਦਿੰਦਾ, ਜਿਹੜਾ ਕਿ ਅਸੀਂ ਆਪ ਨਹੀਂ ਪਹਿਨ ਸਕਦੇ। और आगे है गौड़ी कबीर जी की। रहो पंक्तियां ने, सावल सुंदर रामैया मेरा मन लागा तो है। सुंदर प्रभु रमैया बहुत सुंदर है। हे प्रभु तू बड़ा सुंदर है ते मेरा मन तेरे नाल लग गया है, तेरे च जुड़ गया है। जदों उस प्रभु दे नाल प्यार पै गया फिर मन, क्योंकि उसते वर्गा दूजा नहीं है, फिर उसनूं छड्ड के दूजे दे नाल कौन जुड़ेगा? जिहड़ा प्रभु दे नाल जुड़ गया, जिहदा मन उस नाल जुड़ गया। बाबा कबीर जी दा मन उस प्रभु दे नाल जुड़ गया, क्योंकि उसनूं बड़ा सुंदर लग्या, बड़ा प्यारा लग्या। ते हुण दसदे ने किवें हुंदा है। एका जोत एका मिली, किंबा होए मोहे। भी एक जोत उस प्रभु की जोत दे विच मिल गई, उस दे नाल एक रूप हो गई ते हौमे खत्म हो गई। क्योंकि हौमे करके मन अस्थूल सी, प्रभु प्रकाश सी। जदों मन हौमे तो रहत हो गया ते फिर जोत जोत दे विच मिल गई। जित घट नाम ना उपजै, फूट मरै जन सोए। ते भी समझाउंदे ने कि जिहड़े घट दे विच नाम नहीं उपजदा, प्रगट नहीं होया। क्योंकि नाम कित्थे प्रगट होना है? 9 दरां ते नहीं प्रगट होना, 10वें च प्रगट होना, 10वें द्वार च जाना पैना है। जिन्हां दे नाम प्रगट नहीं है, कहंदे ऐसे जीवन दा कोई मकसद नहीं है, क्यों नहीं फुट के मर जांदे। साध मिलै सिध पाइया, के ए जोग के भोग। कहते साधु मिले फिर सानू सोझी आउंदी है। साधु नूं मिलण तो बाद फिर सानू पता चलता है कि किवें असीं जुड़ना है, किवें प्रभु दे नाम नूं ध्याउणा है। फिर साडे वास्ते सारा कुछ की है? नाम। भोगना भी नाम है, जुड़ना भी नाम दे नाल है, सारा कुछ नाम बन जाता है। नाम तन, नामो रूप रंग, नामो सुख हर नाम का संग। नाम राजो जंत्र पताने, मंतन नामे नाम समाने, उठत बैठत सोवत नाम, कहो नानक जन कै सदकम। फिर जुड़ना भी नाम नाल, भोगना भी नाम नूं। पर यह सोझी कदों आउंदी है? साधु नूं मिल के। दो मिल कारज उपजै, आराम नाम संजोग। इदां फिर जदों साधु नूं मिलदा है जीव, एक जीव दूजे नूं मिलदा है, फिर उत्थों सानू कारज दा पता चलता है कि किवें उस प्रभु दे नाल राम नाम नाल संजोग करना है। जिहदा प्रभु नाल संजोग होया हुंदा है, साधु जन जदों उस नूं मिलदे हाँ, दो मिलदे, दो जीव मिलदे, एक जिन्हें मिलना है, एक साधु जन। फिर वो साधु समझाउंदा है कि किवें आपां प्रभु नूं मिलना है। लोग जाने यह गीत है, ए तो ब्रह्म विचार। हुण जो बाबा कबीर जी ने उपदेश दिता होया है, समझाया है बाणी दे विच, लोग की समझते हैं कि असीं इसका कीर्तन करना है, गाउणा है। गा लिया तो साडा जीवन सफल हो गया।
ਪਰ ਇਹ ਕੋਈ ਬਾਣੀ ਗਾਉਣ ਵਾਸਤੇ ਨਹੀਂ ਹੈ, ਇਹ ਕੋਈ ਗੀਤ ਨਹੀਂ ਹੈ, ਇਹ ਤਾਂ ਬ੍ਰਹਮ ਦੀ ਵਿਚਾਰ ਹੈ। ਇਹ ਕੋਈ ਸੰਸਾਰਿਕ ਵਿਚਾਰ ਵੀ ਨਹੀਂ ਹੈ, ਤ੍ਰੈ ਗੁਣਾ ਦੀ ਵਿਚਾਰ ਵੀ ਨਹੀਂ ਹੈ, ਕਿਉਂਕਿ ਇਹ ਤਾਂ ਚੌਥੇ ਪਦ ਦੀ ਵਿਚਾਰ ਹੈ, ਬ੍ਰਹਮ ਦੀ ਵਿਚਾਰ ਹੈ। ਜਿਉ ਕਾਸੀ ਉਪਦੇਸ਼ ਹੋਏ ਮਾਨ ਸਮਰਤੀ ਬਾਰ। ਕਾਸ਼ੀ ਉਪਦੇਸ਼ ਜਿਹੜਾ ਹੈ, ਜਿਸ ਨੂੰ ਆਪਾਂ ਗੁਰ ਦੀ ਕਾਸ਼ੀ ਵੀ ਕਹਿ ਦਿੰਦੇ ਹਾਂ, ਜਿਹੜਾ ਗੁਰ ਦਾ ਗਿਆਨ ਹੈ। ਕਿਉਂਕਿ ਅੱਗੇ ਕਾਸ਼ੀ ਜਾਂਦੇ ਸੀ ਲੋਕ ਗਿਆਨ ਲੈਣ ਵਾਸਤੇ, ਤੇ ਤੀਜੇ ਪਾਤਸ਼ਾਹ ਜੀ ਨੇ ਦੱਸਿਆ ਵੀ ਕਾਸ਼ੀ ਹੈ ਕੀ, ਵੀ ਕਾਸ਼ੀ ਗਿਆ ਕੋਈ ਮਤ ਨਾ ਤਾਂ ਉੱਥੇ ਉਪਜਦੀ ਹੈ ਤੇ ਨਾ ਜਾਂਦੀ ਹੈ। ਕਿਉਂਕਿ ਜਿਹੜੀ ਮਤ ਹੈ ਉਹ ਸਤਿਗੁਰ ਤੋਂ ਉਪਜਦੀ ਹੈ। ਸੱਚੇ ਉਪਦੇਸ਼ ਨੂੰ ਕਾਸ਼ੀ ਦਾ ਦੇਸ਼, ਕਾਸ਼ੀ ਦਾ ਸ਼ਹਿਰ ਕਹਿ ਦਿੱਤਾ ਹੈ। ਜਿਵੇਂ ਆਪਾਂ ਨੂੰ ਦੱਸ ਦਿੱਤਾ ਦਮਦਮਾ ਸਾਹਿਬ ਗੁਰੂ ਦੀ ਕਾਸ਼ੀ ਕਹਿ ਦਿੱਤਾ ਹੈ। ਦਮਦਮਾ ਸਾਹਿਬ ਕੀ ਹੈ? ਆਪਣੇ ਸਰੀਰ ਜਿੱਥੋਂ ਸਾਨੂੰ ਸਵਾਸ ਆ ਰਿਹਾ ਹੈ। ਇੱਥੇ ਹੀ ਉਪਦੇਸ਼ ਦਿੱਤਾ ਜਾਂਦਾ ਹੈ, ਜਿਹਦੇ ਦੁਆਰਾ ਮਨ ਦਾ ਆਪਾ ਖਤਮ ਹੋ ਜਾਂਦਾ, ਮਨ ਇੱਕ ਦ੍ਰਿਸ਼ਟ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ ਹੈ। ਉਹੀ ਉਪਦੇਸ਼ ਫਿਰ ਅੱਗੇ ਦੂਜੇ ਜੀਵਾਂ ਨੂੰ ਦਿੰਦੇ ਨੇ। ਬਾਬਾ ਕਬੀਰ ਜੀ ਨੇ ਇਸ ਉਪਦੇਸ਼ ਨੂੰ ਪਹਿਲਾਂ ਸੁਣਿਆ, ਫਿਰ ਅੱਗੇ ਲੋਕਾਂ ਨੂੰ ਦੇਣਾ ਸ਼ੁਰੂ ਕੀਤਾ। ਤੇ ਲਿਆ ਕਿਹਨਾਂ ਨੇ? ਜਿਹੜੇ ਭਾਗਾਂ ਵਾਲੇ ਜੀਵ ਸੀ, ਜਿਹਨੂੰ ਬਾਬਾ ਕਬੀਰ ਸਮਝਾਉਂਦੇ ਨੇ, ਗੁਰ ਦੀਨੀ ਵਸਤ ਕਮੀਰ ਕੋ ਲੇਵੂ ਵਸਤ ਸਮਾਰ, ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ, ਅੰਮ੍ਰਿਤ ਰਸ ਜਿਨ ਪਾਇਆ ਥਿਰਤਾ ਕਾ ਸੁਹਾਗ। ਇਹ ਉਪਦੇਸ਼ ਜਿਹੜਾ ਹੈ ਇੱਥੋਂ ਦਿੱਤਾ ਜਾਂਦਾ ਹੈ ਜਿੱਥੇ ਮਨ ਫਿਰ ਆਪਾ ਖਤਮ ਹੁੰਦਾ, ਉਸ ਨੂੰ ਮਰਤੀ ਵਾਰ, ਜਿਸ ਸਮੇਂ ਮਨ ਦਾ ਆਪਾ ਖਤਮ ਹੋਇਆ, ਉਹ ਬ੍ਰਹਮ ਦੀ ਵਿਚਾਰ ਹੈ। ਜਿਉ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਵਾਰ, ਜਿੱਥੇ ਮਨ ਮਾਨਸ ਤੋਂ ਦੇਵਤਾ ਬਣ ਗਿਆ, ਇੱਕ ਦ੍ਰਿਸ਼ਟ ਹੋ ਗਿਆ ਗੁਰ ਦੇ ਗਿਆਨ ਦੁਆਰਾ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਬਾਰ। ਹੁਣ ਉਹ ਉਪਦੇਸ਼ ਜਿਹੜਾ ਹੈ ਉਹਨੂੰ ਸਮਝਾਉਂਦੇ ਨੇ ਅੱਗੇ, ਕਹਿੰਦੇ ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿੱਤ ਲਾਏ। ਕੋਈ ਗਾਉਂਦਾ ਹੈ ਕਿਉਂਕਿ ਇੱਕ ਉਪਦੇਸ਼ ਦੇਗਾ, ਸਾਧੂ ਜਨ ਮੁੱਖੋਂ ਉਪਦੇਸ਼ ਦਿੰਦੇ ਨੇ ਤੇ ਦੂਜੇ ਸੁਣਦੇ ਨੇ, ਪਰ ਕਰਨਾ ਕੀ ਹੈ? ਚਿੱਤ ਲਾਉਣਾ ਹੈ ਹਰੀ ਦੇ ਨਾਮ ਦੇ ਨਾਲ। ਗਿਆਨ ਕਿਹੜਾ ਦਿੰਦੇ ਨੇ ਕਿ ਕਿਵੇਂ ਚਿੱਤ ਜੋੜਨਾ ਪ੍ਰਭੂ ਦੇ ਨਾਲ, ਕਿਵੇਂ ਦ੍ਰਿਸ਼ਟੀ ਦੁਆਰਾ ਉਹਦੇ ਨਾਲ ਜੁੜਨਾ ਹੈ। ਚਾਹੇ ਕੋਈ ਗਾਉਂਦਾ, ਚਾਹੇ ਕੋਈ ਸੁਣਦਾ ਹੈ, ਪਰ ਚਿੱਤ ਲਾ ਕੇ ਉਸ ਨੂੰ ਸੁਣਦਾ ਹੈ। ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ, ਵੀ ਉਹਦੇ ਵਿੱਚ ਕੋਈ ਸ਼ੰਕਾ ਨਹੀਂ, ਕੋਈ ਭਰਮ ਨਹੀਂ ਹੈ। ਉਹ ਜੀਵ ਜੀ ਨੇ ਸੁਣ ਲਿਆ ਚਿੱਤ ਲਾ ਕੇ ਹਰੀ ਦੇ ਨਾਮ ਨੂੰ, ਪਰ ਸੁਣੇਗਾ ਕਦੋਂ? ਜਦੋਂ ਕੋਈ ਗਾਏਗਾ। ਗਾਏਗਾ ਕੌਣ? ਜਿਸ ਨੇ ਪਹਿਲਾਂ ਆਪ ਉਸ ਨੂੰ ਸੁਣਿਆ ਹੋਏਗਾ। ਇਸ ਕਰਕੇ ਉਹ ਫਿਰ ਅੰਤ ਪਰਮਗਤ ਪ੍ਰਾਪਤ ਕਰਦਾ ਹੈ। ਕਹਿ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। आओ अगला शब्द गौड़ी। रहो पंक्तियां ने, सास ग्रास को दातो ठाकुर, सो क्यों मनो बिसारे रे। हुण वो ठाकुर किथे है? वो दाता है, सानू सवास दे के जिंदा रखता है, जो होर कोई नहीं दे सकता। जे प्रभु ने सवास रोकते साडे, सानू सवास नहीं दे सकता कोई। इस करके सतगुरु समझाउंदे ने, आपे करता कर कर वेखै देंदा सास ग्राहा है। हुण जिथों सवास आउंदा है, फिर आपां बाहर जो है कार्बन डाइऑक्साइड कढ़दे हाँ, वो कार्बन डाइऑक्साइड फिर ऑक्सीजन दे विच कन्वर्ट हो जाती है, फिर शुद्ध हवा हो जाती है, फिर असी सवास लैंदे हाँ, फिर
ਉਹ ਦਾਤਾ ਸਾਨੂੰ ਸ਼ੁੱਧ ਹਵਾ ਦਿੰਦਾ ਹੈ, ਉਹ ਦਾਤਾ ਹੈ। ਪਰ ਉਹ ਵਿਸਾਰ ਦਿੱਤਾ ਹੈ ਮਨੋਂ। ਸਾਸ ਗ੍ਰਾਸ ਕੋ ਦਾਤਾ ਦਾਤੋ ਠਾਕੁਰ, ਸੋ ਕਿਉਂ ਮਨੋਂ ਵਿਸਾਰਿਓ ਰੇ। ਕਹਿੰਦੇ ਉਹਨੂੰ ਕਿਉਂ ਮਨੋਂ ਵਿਸਾਰਿਆ ਹੈ। ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲਾ ਹਾਰਿਓ ਰੇ। ਵੀ ਇਹ ਮਨੁੱਖਾ ਜਨਮ ਜਿਹੜਾ ਹੈ ਸਾਡਾ, ਇਹ ਤਾਂ ਹੀਰੇ ਜੈਸਾ ਜਨਮ ਹੈ। ਪਰ ਹੀਰਾ ਕਦੋਂ ਬਣਦਾ ਹੈ? ਜਦੋਂ ਉਸ ਪ੍ਰਭੂ ਦੇ ਨਾਲ, ਉਸ ਪ੍ਰਭੂ ਨੂੰ ਚਿੱਤ ਦੇ ਵਿੱਚ ਵਸਾ ਲੈਂਦਾ ਹੈ, ਜਦੋਂ ਜੋਤ ਜੋਤ 'ਚ ਮਿਲ ਜਾਂਦੀ ਹੈ। ਪਰ ਅਸੀਂ ਉਸ ਨੂੰ ਵਿਸਾਰਿਆ ਹੈ, ਇਸ ਕਰਕੇ ਆਪਣਾ ਜਨਮ ਅਸੀਂ ਕੌਡੀ ਦੀ ਤਿਆਈ ਹਾਰ ਜਾਂਦੇ ਹਾਂ। ਕੌਡੀ ਬਦਲਾ ਹਾਰਿਓ ਰੇ। ਕਿਉਂਕਿ ਕੌਡੀ ਕਿਹਨੂੰ ਕਿਹਾ ਹੈ? ਸਰੀਰ ਨੂੰ, ਮਾਇਆ ਨੂੰ। ਮਨ ਪ੍ਰਭੂ ਨੂੰ ਛੱਡ ਕੇ ਮਾਇਆ ਨਾਲ ਜੁੜ ਗਿਆ, ਉਸ ਨੂੰ ਵਿਸਾਰ ਦਿੱਤਾ, ਤੇ ਹੀਰੇ ਵਰਗੇ ਜਨਮ ਨੂੰ ਕੌਡੀ ਦੇ ਬਦਲੇ ਅਸੀਂ ਹਾਰ ਜਾਂਦੇ ਹਾਂ। ਇਹ ਰਹੋ ਪੰਕਤੀਆਂ ਨੇ ਸ਼ਬਦੀਆਂ। ਆਓ ਆਪਾਂ ਸ਼ਬਦ ਸ਼ੁਰੂ ਕਰਦੇ ਹਾਂ। ਜੇਤੇ ਯਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਾਰਿਓ ਰੇ। ਕਹਿੰਦੇ ਹੋਰ ਜਿੰਨੇ ਵੀ ਯਤਨ ਕਰਕੇ ਦੇਖੇ, ਡੁੱਬਦੇ ਰਹੇ, ਕਿਸੇ ਵੀ ਯਤਨ ਨੇ ਭਵ ਸਾਗਰ ਤੋਂ ਪਾਰ ਨਹੀਂ ਕੀਤਾ। ਕਰਮ ਧਰਮ ਕਰਤੇ ਬਹੁਤ ਸੰਜਮ, ਐ ਬੁੱਧ ਮਨ ਜਾ ਰਿਓ ਰੇ। ਕਹਿੰਦੇ ਹੋਰ ਕਰਮ ਧਰਮ ਦੇ ਕੰਮ ਕੀਤੇ, ਹੋਰ ਸੰਜਮ ਤਰੀਕੇ ਵਰਤ ਕੇ ਦੇਖੇ ਬਹੁਤ ਸਾਰੇ, ਸਮਾਂ ਤੇ ਹੋਰ ਹੰਕਾਰ ਆ ਗਿਆ। ਮਨ ਹੋਰ ਹਉਮੈ ਦੇ ਵਿੱਚ ਫਸ ਗਿਆ, ਹੋਰ ਹੰਕਾਰ ਦੇ ਵਿੱਚ, ਹਉਮੈ ਦੇ ਵਿੱਚ ਫਸ ਗਿਆ। ਹੋਰ ਹਉਮੈ ਲੱਗ ਗਈ ਮਨ ਨੂੰ, ਹਉਮੈ ਦੇ ਵਿੱਚ ਜਲਦਾ ਰਿਹਾ, ਹੰਕਾਰ ਦੇ ਵਿੱਚ। ਤ੍ਰਿਸ਼ਨਾ ਤ੍ਰਿਖਾ ਭੂਖ ਭਰਮ ਲਾਗੀ, ਹਿਰਦੈ ਨਹੀਂ ਵਿਚਾਰਿਓ ਰੇ। ਕਹਿੰਦੇ ਤ੍ਰਿਸ਼ਨਾ ਲੱਗੀ ਮਾਇਆ ਦੀ, ਤ੍ਰਿਖਾ ਲੱਗੀ ਹੈ, ਭੁੱਖ ਲੱਗੀ ਹੈ। ਭਰਮ ਦੇ ਵਿੱਚ ਪੈ ਕੇ ਇਹ ਮਾਇਆ ਨੂੰ ਹੀ ਸੱਚ ਸਮਝ ਲਿਆ ਹੈ। ਇਸੇ ਦੀ ਭੁੱਖ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਵਿਚਾਰਿਆ ਹੀ ਨਹੀਂ ਕਿ ਜੇ ਕਿੱਥੇ ਨਾਮ ਨੇ ਪ੍ਰਗਟ ਹੋਣਾ, ਜਾਂ ਹਿਰਦਾ ਕੀ ਹੈ ਸਾਡਾ। ਹਿਰਦੇ ਦੇ ਗਿਆਨ ਹੀ ਨਹੀਂ ਲਿਆ ਕਿ ਹਿਰਦਾ ਜਿੱਥੇ ਨਾਮ ਪ੍ਰਗਟ ਹੋਣਾ ਉਹ ਕਿੱਥੇ ਹੈ। ਹਿਰਦਾ ਨਹੀਂ ਨਾਹੇ ਵਿਚਾਰਿਓ ਰੇ। ਉਨਮਤ ਮਾਨ ਹਿਰਿਓ ਮਨ ਮਾਹੀ, ਗੁਰ ਕਾ ਸ਼ਬਦ ਨਾ ਤਾਰਿਓ ਰੇ। ਕਹਿੰਦੇ ਮਨ ਨੂੰ ਇਸ ਤ੍ਰੈ ਗੁਣੀ ਜਿਹੜਾ ਗਿਆਨ ਹੈ, ਇਹਨੇ ਹਿਰ ਕੇ ਰੱਖ ਲਿਆ ਹੈ। ਉਨਮਤ ਨੇ, ਛੋਟੀ ਮੱਤ, ਗੁਰ ਦੀ ਮੱਤ ਨਹੀਂ, ਜਿਹੜੀ ਆਪਣੀ ਮੱਤ ਸੀ। ਇਹ ਹੰਕਾਰ ਦੇ ਵਿੱਚ ਮਨ ਹਿਰਿਆ ਗਿਆ, ਘਿਰਿਆ ਗਿਆ। ਇਸ ਕਰਕੇ ਗੁਰ ਕਾ ਸ਼ਬਦ ਨਾ ਤਾਰਿਓ ਰੇ। ਗੁਰ ਦਾ ਸ਼ਬਦ ਤਾਰਿਆ ਹੀ ਨਹੀਂ, ਮਨ ਚ ਲਿਆ ਹੀ ਨਹੀਂ, ਵਿਚਾਰ ਹੀ ਨਹੀਂ ਕੀਤੀ। ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ। ਕਹਿੰਦੇ ਸਵਾਦ ਵਿੱਚ ਫਸ ਗਿਆ, ਇੰਨਾ ਮਸਤ ਹੋ ਗਿਆ ਰਸਾਂ ਦੇ ਵਿੱਚ, ਮਦ ਰਸ ਲੈ ਤਾਂ ਬੇਕਾਰਿਓ ਰੇ। ਕਹਿੰਦੇ ਇਹ ਮਾਇਆ ਦਾ ਨਸ਼ਾ ਲੈਂਦਾ ਹੀ, ਇਹਨਾਂ ਰਸਾਂ ਨੂੰ ਭੋਗਦਾ ਹੀ ਬੇਕਾਰਾਂ ਦੇ ਵਿੱਚ ਫਸਿਆ ਰਿਹਾ। ਕਰਮ ਭਾਗ ਸੰਤਨ ਸੰਗਾਨੇ, ਕਸ਼ਟ ਲੋ ਉਦਾਰਿਓ ਰੇ। ਫਿਰ ਕੀ ਹੋਇਆ? ਕਹਿੰਦੇ ਕਰਮ ਹੋਇਆ, ਭਾਗ ਖੋਲੇ, ਫਿਰ ਸੰਤਾਂ ਦਾ ਸੰਗ ਹੋਇਆ। ਫਿਰ ਉਹ ਸੰਤਾਂ ਦਾ ਸੰਗ ਕਰਕੇ ਸੰਤਾਂ ਨੇ ਕਿਵੇਂ ਤਾਰ ਦਿੱਤਾ ਸਾਨੂੰ? ਜਿਵੇਂ ਲੋਹਾ ਲੱਕੜ ਦਾ ਸੰਗ ਕਰਕੇ ਤਰ ਜਾਂਦਾ ਹੈ। ਕਾਸ਼ਟ ਲੋ ਉਦਾਰਿਓ ਰੇ। ਇੱਦਾਂ ਅਸੀਂ ਤਾਂ ਕੋਈ ਕਰਮ ਨਹੀਂ ਕੀਤਾ, ਕੁਛ ਵੀ ਕੋਈ ਵਿਚਾਰ ਨਹੀਂ ਕੀਤੀ। ਸਾਡਾ ਮਨ ਕੀ ਸੀ? ਲੋਹਟ, ਹੰਕਾਰ ਦੇ ਵਿੱਚ। ਤੇ ਗੁਰ ਦਾ ਗਿਆਨ ਸੀ ਜਿਹੜਾ, ਸੰਤਾਂ ਦਾ ਸੰਗ ਹੋਇਆ, ਸੰਤ ਗਿਆਨ ਦਾ ਨੇਤਰਾਂ ਸੁਰਮਾ ਪਾ ਦਿੰਦੇ ਨੇ। ਤੇ ਫਿਰ ਗੁਰ ਦੇ ਗਿਆਨ ਦੁਆਰਾ ਮਨ ਤਰ ਜਾਂਦਾ, ਜਿਵੇਂ ਲੋਹਾ ਲੱਕੜ ਦੇ ਸੰਗ ਤਰ ਜਾਂਦਾ ਹੈ। ਤਾਵਤ ਜੋਨ ਜਨਮ ਭਰਮ ਥਾਕੇ, ਅਬ ਦੁੱਖ ਕਰ ਹਮ ਹਾਰਿਓ ਰੇ। ਸਮਝਾਉਂਦੇ ਨੇ ਕਿ ਪਹਿਲਾਂ ਜੂਨਾਂ ਦੇ ਵਿੱਚ ਬੜੀਆਂ ਜੂਨਾਂ ਭੋਗੀਆਂ ਨੇ, ਭਰਮ ਦੇ ਥੱਕ ਗਏ। ਵੀ ਹੁਣ ਕਿਰਪਾ ਹੋਈ, ਅਬ ਦੁੱਖ ਕਰ ਹਮ ਹਾਰਿਓ ਰੇ। ਵੀ ਹੁਣ ਅਸੀਂ ਇਹਨਾਂ ਦੁੱਖਾਂ ਦੇ ਵਿੱਚ ਹਾਰ ਗਏ। ਹੁਣ ਨਹੀਂ ਅਸੀਂ ਚਾਹੁੰਦੇ ਦੁਬਾਰਾ ਜਨਮ ਮਰਨ ਦੇ ਵਿੱਚ ਜਾਣਾ। ਕਹਿ ਕਬੀਰ ਗੁਰ ਮਿਲਤ ਮਹਾਰਸ। ਕਹਿੰਦੇ ਸਮਝਾਉਂਦੇ ਨੇ ਬਾਬਾ ਕਬੀਰ ਜੀ ਕਿ ਜਦੋਂ ਗੁਰ ਮਿਲ ਜਾਂਦਾ ਹੈ,
ਫਿਰ ਮਹਾਰਸ ਪ੍ਰਾਪਤ ਹੋ ਗਿਆ। ਪ੍ਰੇਮ ਭਗਤ ਨਿਸਤਾਰਿਓ ਰੇ। ਪਰ ਗੁਰ ਲੈ ਕੇ ਉਹ ਰਸ ਦੇ ਵਿੱਚ ਭਗਤੀ ਕਿਹੜੀ ਕੀਤੀ? ਪ੍ਰੇਮ ਭਗਤੀ। ਪ੍ਰੇਮ ਹੀ ਪਾਉਣਾ ਹੈ ਉੱਥੇ, ਹੋਰ ਕੁਛ ਨਹੀਂ ਕਰਨਾ। ਗੁਰ ਦਾ ਗਿਆਨ ਲੈ ਕੇ ਅਸੀਂ ਪ੍ਰੇਮ ਪਾਉਣਾ ਹੈ। ਪ੍ਰੇਮ ਕਿਵੇਂ ਪੈਂਦਾ ਹੈ? ਦੇਖ ਦੇਖ ਕੇ। ਤੇ ਉਸ ਦੇ ਨਾਲ ਹੀ ਤਰ ਗਿਆ। ਪਰ ਜਦੋਂ ਪਤਾ ਲੱਗ ਗਿਆ ਵੀ ਬਹੁਤ ਜਨਮ ਭਰਮ ਦੇ ਆਏ ਹਾਂ, ਹੁਣ ਸਾਤੋਂ ਇਹ ਦੁੱਖ ਨਹੀਂ ਸਿਆ ਜਾਣਾ, ਤੇ ਫਿਰ ਗੁਰ ਦਾ ਗਿਆਨ ਲੈ ਕੇ ਜਦੋਂ ਪ੍ਰੇਮ ਭਗਤੀ ਹੁੰਦੀ ਹੈ ਤੇ ਫਿਰ ਉਹ ਤਾਰਦਾ ਹੈ। ਏਦਾਂ ਜੀਵਨ ਨੂੰ ਤਾਰਿਆ ਹੈ। ਉਹੀ ਕੋਈ ਵੀ, ਚਾਹੇ ਆਪਾਂ ਵੀ ਹਾਂ, ਆਪਾਂ ਵੀ ਪਹਿਲਾਂ ਕਦ ਸਾਨੂੰ ਗਿਆਨ ਹੀ ਨਹੀਂ ਸੀ, ਅਸੀਂ ਵੀ ਵਿਸਾਰਿਆ ਸੀ ਕਿ ਉਹ ਦਾਤਾ ਕਿੱਥੇ ਹੈ, ਉਹ ਦਰ ਕਿਹੜਾ ਹੈ ਜਿੱਥੋਂ ਸਾਨੂੰ ਪਾਲ ਰਿਹਾ ਹੈ। ਪਰ ਜਦੋਂ ਹੁਣ ਗੁਰ ਦਾ ਗਿਆਨ ਹੋ ਗਿਆ ਤੇ ਪ੍ਰੇਮਾ ਭਗਤੀ ਹੋਈ ਤੇ ਸਾਡਾ ਵੀ ਜਨਮ ਮਰਨ ਕੱਟਿਆ ਜਾਂਦਾ ਹੈ। ਸੋ ਗੁਰਮੁਖ ਪਿਆਰਿਓ, ਆਓ ਆਪਾਂ ਥੋੜ੍ਹਾ ਅਭਿਆਸ ਵੀ ਕਰੀਏ ਤਾਂ ਕਿ ਆਪਾਂ ਨੂੰ ਇਹ ਪਤਾ ਵੀ ਚੱਲੇ ਨਾਲ ਨਾਲ ਕਿ ਕਿਵੇਂ ਮਨ ਕੀ ਹੈ ਤੇ ਕਿਵੇਂ ਉਸ ਪ੍ਰਭੂ 'ਚ ਰਸ 'ਚ ਲੀਨ ਹੋਣਾ ਹੈ ਤੇ ਕਿਹੜੇ ਬੰਧਨ ਸੀ। ਫਿਰ ਆਪਾਂ ਦੇਖ ਸਕਦੇ ਜਦੋਂ ਚੱਲਦੇ ਹਾਂ ਕਿ ਕਿੰਨੇ ਬੰਧਨ ਸੀ। ਵਾਰ-ਵਾਰ ਬੰਧਨਾਂ ਦੇ ਵਿੱਚ ਫਸਦਾ ਸੀ ਉਹ ਤਾਣਾ ਜਿਹੜਾ ਉਲਝਿਆ ਹੈ, ਜਿਹਦੇ ਵਿੱਚ ਮਨ ਫਸਿਆ ਹੈ, ਸੰਸਾਰਿਕ ਤਾਣਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਿਹਦਾ ਵਰਣਨ ਕਰਕੇ ਆਏ ਹਾਂ। ਉਸ ਪ੍ਰਭੂ ਦੀ ਕਿਰਪਾ ਤੋਂ ਬਿਨਾਂ ਨਹੀਂ ਛੁੱਟ ਸਕਦੇ। ਸੋ ਆਓ ਕਿਵੇਂ ਛੁੱਟਣਾ ਹੈ, ਕਿਵੇਂ ਪ੍ਰਭੂ ਸਾਨੂੰ ਗਿਆਨ ਦਿੰਦਾ ਹੈ। ਆਪ ਆਪਣੇ ਜਨਾਂ ਦੇ ਰਸਨਾ 'ਤੇ ਬੈਠ ਕੇ ਉਹ ਕਿਹੜਾ ਗਿਆਨ ਹੈ, ਕਿਉਂਕਿ ਜਿਨ੍ਹਾਂ ਲੈ ਕੇ ਸੰਭਾਲਿਆ ਉਹ ਅੱਗੇ ਪ੍ਰਭੂ ਉਹਨਾਂ ਦੁਆਰਾ ਅੱਗੇ ਗਿਆਨ ਦਿੰਦਾ ਹੈ, ਜਿਨ੍ਹਾਂ ਆਪ ਲੈ ਕੇ ਸੰਭਾਲਿਆ ਹੈ। ਜਿਵੇਂ ਬਾਬਾ ਕਬੀਰ ਜੀ ਨੇ ਸੰਭਾਲਿਆ। ਗੁਰਦੀਨੀ ਵਸਤ ਕਬੀਰ ਕੋ ਲੈਵੂ ਵਸਤ ਸੁਮਾਰ, ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ। ਜਿਨ੍ਹਾਂ ਸੰਭਾਲਿਆ ਹੈ ਉਹ ਫਿਰ ਅੱਗੇ ਇਹ ਗਿਆਨ ਦਿੰਦਾ ਹੈ, ਪਰ ਲੈਂਦਾ ਕੌਣ ਹੈ? ਜਿਹਦੇ ਮਸਤਕ 'ਤੇ ਭਾਗ ਨੇ। ਹਰ ਕੋਈ ਇਹ ਗਿਆਨ ਨਹੀਂ ਲੈ ਸਕਦਾ। ਜੇ ਲੈ ਵੀ ਲਿਆ ਤਾਂ ਮੰਨ ਨਹੀਂ ਸਕਦਾ, ਜੇ ਮੰਨ ਵੀ ਲਿਆ ਕਮਾ ਨਹੀਂ ਸਕਦਾ, ਕਿਉਂਕਿ ਇਹ ਸਾਰਾ ਕੁਛ ਤਾਂ ਹੀ ਹੁੰਦਾ ਜਦੋਂ ਪ੍ਰਭੂ ਕਿਰਪਾ ਕਰਦਾ ਹੈ। ਸੋ ਆਓ ਕਰਨਾ ਕੀ ਹੈ? ਦੋਨਾਂ ਨੇਤਰਾਂ ਨੂੰ ਉਹ ਦਰ ਜਿੱਥੋਂ ਸਵਾਸ ਦੇ ਰਿਹਾ ਹੈ, ਜਿਹੜਾ ਸਵਾਸ ਗ੍ਰਾਸ ਦਾ ਦਾਤਾ ਹੈ, ਜਿੱਥੋਂ ਆਪਾਂ ਭੁੱਲੇ ਹਾਂ, ਆਪਾਂ ਫਿਰ ਉੱਥੇ ਪਹਿਲਾਂ ਇਸ ਪੁਆਇੰਟ 'ਤੇ ਇੱਕ ਦ੍ਰਿਸ਼ਟ ਹੋਣਾ ਹੈ। ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਆਪਾਂ ਸਮ ਕਰਕੇ ਆਪਣੇ ਆਪ ਨੂੰ ਪਹਿਚਾਣਨਾ ਹੈ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟ ਹਾਂ। ਜੇਕਰ ਇੱਥੇ ਧਿਆਨ ਲਾਉਣ ਨਾਲ, ਇੱਥੇ ਦ੍ਰਿਸ਼ਟੀ ਫੋਕਸ ਕਰਨ ਦੇ ਨਾਲ ਸਾਨੂੰ ਨੱਕ ਨਜ਼ਰ ਆਉਂਦਾ ਹੈ, ਫਿਰ ਅਸੀਂ ਦੋ ਦ੍ਰਿਸ਼ਟ ਦੇ ਵਿੱਚ ਹਾਂ, ਮਨ ਦੋ ਦ੍ਰਿਸ਼ਟੀ 'ਚ ਹੈ। ਜੇਕਰ ਨੱਕ ਨਜ਼ਰ ਨਹੀਂ ਆਉਂਦਾ ਤੇ ਅਸੀਂ ਇੱਕ ਦ੍ਰਿਸ਼ਟ ਹਾਂ, ਜਿੱਥੇ ਮਨ ਮਾਨਸ ਦਾ ਮਰਨਾ ਹੈ, ਜਿੱਥੇ ਮਨ ਮਾਨਸ ਤੋਂ ਦੇਵਤਾ ਬਣਦਾ ਹੈ। ਜਿਉ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਇਹ ਗਿਆਨ ਇੱਥੋਂ ਹੀ ਮਨ ਮਾਨਸ ਤੋਂ ਦੇਵਤਾ ਬਣਦਾ ਹੈ। ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੇ। ਜਦੋਂ ਨੱਕ ਦਿਸਣੋਂ ਹਟ ਗਿਆ, ਅਸੀਂ ਇੱਕ ਦ੍ਰਿਸ਼ਟ ਹੋ ਗਏ, ਉੱਥੇ ਮਨ ਦੀ ਅਵਸਥਾ ਕੀ ਹੈ? ਦੇਵਤਾ। ਸੋ ਆਓ ਆਪਾਂ ਦੇਖੀਏ ਪਹਿਲਾਂ ਇੱਥੇ ਧਿਆਨ ਲਾ ਕੇ ਕਿ ਸਾਡੀ ਕੀ ਅਵਸਥਾ ਹੈ। ਨੱਕ ਦਿਸਦਾ ਹੈ ਜਾਂ ਨਹੀਂ? ਜੇ ਦਿਸਦਾ ਹੈ ਫਿਰ ਕਿਸ ਪਾਸਿਓਂ ਦਿਸਦਾ ਹੈ? ਸੱਜੇ ਖੱਬੇ ਜਾਂ ਵਿਚਾਲੇ? ਕਿਉਂਕਿ ਇੱਧਰ ਅਸੁਰ ਹੈ, ਇੱਧਰ ਅਸੁਰ ਪਾਸਾ ਹੈ ਅਸੁਰਾਂ ਦਾ, ਇੱਧਰਲੇ ਪਾਸੇ ਸੁਰ ਨੇ, ਤੇ ਅਸੀਂ ਅਸੁਰ ਛੱਡ ਕੇ ਵਿਚਾਲੇ ਆਉਣਾ ਹੁੰਦਾ ਹੈ। ਇੱਧਰ ਚਿੰਤਾਵਾਂ ਨੇ, ਵਿਚਾਲੇ ਦੇਵ ਲੋਕ ਹੈ, ਜਿੱਥੋਂ ਆਪਾਂ ਇੱਕ ਦ੍ਰਿਸ਼ਟ ਹੋ ਕੇ ਅੱਗੇ ਚੱਲਣਾ ਹੈ। ਫਿਰ ਮੈਂ ਆਪ ਜੀ ਨੂੰ ਇੱਥੋਂ ਪਹਿਲਾਂ ਆਪੇ ਦੀ ਪਹਿਚਾਣ ਕਰਾਂਗੇ, ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਆਪਾਂ ਸਾਹਮਣੇ ਦੇਖਣਾ ਹੈ। ਫਿਰ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕਦੀ ਨਹੀਂ। ਫਿਰ ਜਦੋਂ ਕਵਾਂਗਾ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਵਾਂਗੇ ਸਮ ਕਰਕੇ ਦੇਖੋ, ਫਿਰ ਇਸ ਪੁਆਇੰਟ 'ਤੇ ਦ੍ਰਿਸ਼ਟੀ ਫੋਕਸ ਕਰਕੇ ਦੇਖਣਾ ਹੈ। ਸੋ ਆਓ ਸਾਰੇ ਨੇਤਰ ਸਮ ਕਰਕੇ ਦ੍ਰਿਸ਼ਟੀ ਫੋਕਸ ਕਰਕੇ ਆਪਣੇ ਆਪ ਨੂੰ ਦੇਖਿਓ।
सामने लेके आइए ध्यान, सामने। मस्तक दे सामने लै जाओ, पलका उत्ते चुक दो। फिर सामने लेके आओ। फिर नक ते सम करके देखो, दृष्टि नू फोकस करके देखो। ये देखना है जेकर सानू पहला नक दिसदा सी कि हुण दिसणों हट गया, एक दृष्ट हो गया, जिथे कह दिता मन दा मरना, आकार ने निराकार च समाना। नीचे लै जाओ हुण ध्यान। नीचे जो भी थले आप बैठे, अगे फर्श है, चादर बिछी है, कुछ भी है थले, थोड़ा जा ऊपर देखना है, रिलैक्स। इत्थे प्रकाश अनुभव होना शुरू हो जाएगा। जिमें सरोवर च जल दियां लहरां ने, इदां इत्थे प्रकाश दियां लहरां अनुभव होनियां शुरू हो जांदियां। और सम करके देखिए फिर अपने आप नू। फिर नीचे लै जाओ ध्यान।
और फिर सम करके देखिए अपने आप ਨੂੰ, दृष्टि सम करके देखिए अपने आप ਨੂੰ। फिर नीचे ले जाओ ध्यान। और फिर सम करके देखिए अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਆਪਾਂ ਇੱਥੇ ਆਉਣਾ ਹੈ। ਆਪਾਂ ਜਦੋਂ ਖਤਮ ਹੋ ਜਾਂਦਾ ਹੈ ਉਸ ਨੂੰ ਜੀਵਤ ਮਰਨਾ ਕਿਹਾ ਹੈ। ਤੇ ਗੁਰੂ ਸਾਹਿਬਾਂ ਨੇ ਜੋ ਕਾਸ਼ੀ ਦੀ ਗੱਲ ਆਉਂਦੀ ਹੈ, ਤੀਜੇ ਪਾਤਸ਼ਾਹ ਸਮਝਾਉਂਦੇ ਨੇ ਕਿ ਨਾ ਕਾਸ਼ੀ ਮਤ ਉਪਜੈ ਨਾ ਕਾਸ਼ੀ ਮਤ ਜਾਏ। ਵੀ ਨਾ ਤਾਂ ਉੱਥੋਂ ਮਤ ਉਪਜਦੀ ਹੈ ਤੇ ਨਾ ਉੱਥੋਂ ਮਤ ਉੱਥੇ ਗਿਆ ਮਤ ਜਾਂਦੀ ਹੈ। ਮਤ ਉਪਜਦੀ ਕਿੱਥੋਂ ਹੈ? ਸਤਿਗੁਰ ਮਿਲਿਆ ਮਤ ਉਪਜੈ ਤਾਂ ਇਹ ਸੋਝੀ ਪਾਏ। ਸਤਿਗੁਰ ਮਿਲਿਆ ਇਹ ਮਤ ਉਪਜਦੀ ਹੈ, ਫਿਰ ਸੋਝੀ ਆਉਂਦੀ ਹੈ। ਇਸ ਕਰਕੇ ਇਸੇ ਸਤਿਗੁਰ ਦੀ ਮਤ ਨੂੰ, ਗੁਰ ਦੇ ਉਪਦੇਸ਼ ਨੂੰ ਹੀ ਕਾਸ਼ੀ ਕਹਿ ਦਿੱਤਾ ਹੈ, ਜਿੱਥੋਂ ਸਾਨੂੰ ਇਹ ਗਿਆਨ ਮਿਲਦਾ ਹੈ। ਗੁਰੂ ਦੀ ਕਾਸ਼ੀ ਕਹਿ ਦਿੰਦੇ ਆ। ਇਸ ਕਰਕੇ ਕਿਤੇ ਗਿਆ ਨਹੀਂ, ਸਿਰਫ ਗੁਰ ਦੀ ਮਤ ਲੈ ਕੇ, ਸੱਚਾ ਗੁਰ ਨਾਲ ਹੀ ਮਤ ਉਪਜਦੀ ਹੈ। ਫਿਰ ਸਾਨੂੰ ਇਹ ਸੋਝੀ ਆਉਂਦੀ ਹੈ ਕਿ ਕਿਵੇਂ ਅਸੀਂ ਜੀਵਤ ਮਰਨਾ ਹੈ। ਜਦੋਂ ਆਪਾਂ ਖਤਮ ਹੋ ਗਿਆ, ਸਾਡਾ ਜਿਹੜਾ ਇੱਥੇ ਆਕਾਰ ਸੀ ਇਹ ਨਿਰਾਕਾਰ 'ਚ ਸਮਾ ਗਿਆ, ਉਦੋਂ ਆਪਾਂ ਅਕਲ ਕਲਾ ਸਿੱਖਦੇ ਹਾਂ, ਧਿਆਨ ਲਗਾਉਂਦੇ ਹਾਂ। ਫਿਰ ਅਸੀਂ ਗਰਭ ਜੂਨਾਂ ਦੇ ਵਿੱਚ ਨਹੀਂ ਜਾਣਾ। ਮਹਾਰਾਜ ਸਮਝਾਉਂਦੇ ਨੇ, ਨਿਰਾਕਾਰ ਮੈਂ ਆਕਾਰ ਸਮਾਵੈ, ਅਕਲ ਕਲਾ ਸੱਚ ਸਾਚ ਟਿਕਾਵੈ, ਸੋ ਨਰ ਗਰਭ ਜੋਨ ਨਹੀਂ ਆਵੈ। ਸੋ ਪਿਆਰਿਓ, ਇੰਨੇ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।